ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਔਰ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਖਾਸ ਕਰਕੇ ਜਿਹੜੇ ਦਰਸ਼ਕਾਂ ਨੇ CNB ਨਿਊਜ਼ ਨੂੰ ਚੈਨਲ ਪੰਜਾਬੀ ਨੂੰ ਆਪਣਾ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਨਾਂ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਹਿੰਦੇ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਨੇ 2023 ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਵਾਧਾ ਕਰਨ ਦਾ ਕੀਤਾ ਐਲਾਨ। 2022 ਦੇ ਵਿੱਚ 4,30,000 ਇਮੀਗ੍ਰੇਸ਼ਨ ਰਿਕਾਰਡ ਹੋਰ ਕਾਇਮ ਕਰਨ ਦਾ ਦਾਅਵਾ। BC ਸਰਕਾਰ ਕਰਨ ਜਾ ਰਹੀ ਹੈ ਚਾਈਲਡ ਕੇਅਰ ਪ੍ਰੋਗਰਾਮ ਦੇ ਵਿੱਚ ਵਿਸਥਾਰ। 2450 ਹੋਰ ਥਾਵਾਂ ਨੂੰ ਜੋੜਿਆ ਜਾਵੇਗਾ ਨਾਲ। ਚੀਨ ਹਾਂਗਕਾਂਗ ਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਦਾ ਕੋਵਿਡ ਨੈਗੇਟਿਵ ਟੈਸਟ ਹੋਣਾ ਲਾਜ਼ਮੀ। ਨਸਲੀ ਭੇਦਭਾਵਾਂ ਦੇ ਵਿੱਚ ਵਾਧੇ ਦਾ ਡਰ। ਖਬਰਾਂ ਵਿਸਥਾਰ ਦੇ ਨਾਲ। ਨਵੇਂ ਸਾਲ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਹੋਰ ਵਾਧਾ ਹੋਵੇਗਾ, ਯਾਨੀ ਕਿ ਇਮੀਗ੍ਰੇਸ਼ਨ ਦੇ ਲਈ ਹੋਰ ਥਾਵਾਂ ਭਰੀਆਂ ਜਾਣਗੀਆਂ। ਅਜਿਹਾ ਦਾਅਵਾ ਕੀਤਾ ਹੈ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ 2022 ਦਾ ਹਵਾਲਾ ਉਹਨਾਂ ਦਿੱਤਾ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਕਾਮੇ ਸੱਦਣ ਤੇ ਹੋਰ ਥਾਵਾਂ ਭਰਨ ਦੀ ਗੱਲ ਪਹਿਲਾਂ ਵੀ ਕੀਤੀ ਜਾਂਦੀ ਸੀ ਤੇ 2023 ਦੇ ਵਿੱਚ ਵੀ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਨ ਦੇ ਲਈ ਕੈਨੇਡਾ ਇਸੇ ਤਰ੍ਹਾਂ ਤਿਆਰ ਹੈ। 2022 ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਸ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਪਰਮਾਨੈਂਟ ਤੇ ਟੈਂਪਰੇਰੀ ਰੈਜ਼ੀਡੈਂਟਸ ਦੇ ਲਈ ਲਗਭਗ 5.2 ਮਿਲੀਅਨ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ ਹੈ। ਪਰ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲਾ ਹੀ ਸਾਲ ਯਾਨੀ 2022 ਦਾ ਹੀ ਅਜਿਹਾ ਸਾਲ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਵਿੱਚ ਖਾਸ ਤਰ੍ਹਾਂ ਤੇ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ, ਕਈ ਤਰ੍ਹਾਂ ਦੀ ਹਿਲਜੁਲ ਕਰਨੀ ਪਈ। ਪੁਰਾਣੇ ਮਾਮਲੇ ਲਟਕੇ ਰਹੇ ਜਿਨ੍ਹਾਂ ਨੂੰ ਬੈਕਲੌਗ ਦਾ ਨਾਂ ਦਿੱਤਾ ਗਿਆ। ਹੁਣ ਇਹ ਬੈਕਲੌਗ ਕਦੋਂ ਭਰਿਆ ਜਾਵੇਗਾ, ਇਸ ਦੇ ਉੱਤੇ ਤਾਂ ਨਜ਼ਰ 2023 ਦੇ ਵਿੱਚ ਸਭ ਦੀ ਬਣੀ ਰਹੇਗੀ। ਇੱਕ ਰਿਪੋਰਟ ਤੇ ਨਜ਼ਰ ਪਾ ਲੈਂਦੇ ਹਾਂ। ਕੈਨੇਡਾ ਨੇ 2022 ਦੇ ਵਿੱਚ 4,30,000 ਨਵੇਂ ਆਏ ਲੋਕਾਂ ਦੇ ਨਾਲ ਨਵਾਂ ਇਮੀਗ੍ਰੇਸ਼ਨ ਰਿਕਾਰਡ ਕਾਇਮ ਕੀਤਾ। ਜੀ ਹਾਂ, ਜਾਣਕਾਰੀ ਮੁਤਾਬਕ ਕੈਨੇਡਾ ਨੇ ਪਿਛਲੇ ਸਾਲ 4,30,000 ਤੋਂ ਵੱਧ ਸਥਾਈ ਨਿਵਾਸੀਆਂ ਦੇ ਦੇਸ਼ ਦੇ ਵਿੱਚ ਆ ਕੇ ਇੱਕ ਨਵਾਂ ਇਮੀਗ੍ਰੇਸ਼ਨ ਰਿਕਾਰਡ ਕਰਨ ਦਾ ਦਾਅਵਾ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ 2022 ਦੇ ਵਿੱਚ 4,31,645 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੇ ਆਪਣੇ ਟੀਚੇ ਤੇ ਪਹੁੰਚ ਗਈ ਹੈ। ਆਟਵਾ ਨੇ 2021 ਦੇ ਵਿੱਚ ਬਣਾਏ ਆਪਣੇ ਪਿਛਲੇ ਰਿਕਾਰਡ ਨੂੰ ਮਾਤ ਦਿੱਤੀ, ਜਦੋਂ ਕਿ ਕੈਨੇਡਾ ਨੇ 4,01,000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਡੇਟਾ ਦਰਸਾਉਂਦਾ ਹੈ ਕਿ ਪਿਛਲਾ ਇਮੀਗ੍ਰੇਸ਼ਨ ਰਿਕਾਰਡ 1913 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ, ਜਦੋਂ ਕੈਨੇਡਾ ਨੇ 4 ਲੱਖ ਤੋਂ ਵੱਧ ਨਵੇਂ ਆਉਣ ਵਾਲਿਆਂ ਦਾ ਸਵਾਗਤ ਕੀਤਾ। ਇੱਕ ਫਰੇਜ਼ਰ ਰਿਲੀਜ਼ ਦੇ ਵਿੱਚ ਇਸ ਦਿਨ ਨੂੰ ਕੈਨੇਡਾ ਲਈ ਇੱਕ ਮੀਲ ਪੱਥਰ ਕਿਹਾ ਗਿਆ ਹੈ, ਜਿਸ ਨੇ ਨਵੇਂ ਆਏ ਲੋਕਾਂ ਦਾ ਸਵਾਗਤ ਕੀਤਾ। ਇਹ ਸਾਡੇ ਦੇਸ਼ ਤੇ ਇਸ ਦੇ ਲੋਕਾਂ ਦੀ ਤਾਕਤ ਤੇ ਲਚਕੀਲੇਪਨ ਦਾ ਪ੍ਰਮਾਣ ਹੈ। ਰਿਲੀਜ਼ ਦੇ ਵਿੱਚ ਇੱਕ ਖਾਸ ਤੌਰ ਤੇ ਗੱਲ ਕਹੀ ਗਈ, ਨਵੇਂ ਆਏ ਲੋਕ ਕੰਮ ਦੀ ਘਾਟ ਨੂੰ ਪੂਰਾ ਕਰਨ ਲਈ ਸਾਡੇ ਭਾਈਚਾਰਿਆਂ ਦੇ ਵਿੱਚ ਨਵੇਂ ਦ੍ਰਿਸ਼ਟੀਕੋਣ ਤੇ ਪ੍ਰਤਿਭਾਵਾਂ ਨੂੰ ਲਿਆਉਣ ਤੇ ਸਮੁੱਚੇ ਤੌਰ ਤੇ ਸਾਡੇ ਸਮਾਜ ਨੂੰ ਅਮੀਰ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਉਹਨਾਂ ਕਿਹਾ 2023 ਨਵੇਂ ਸਾਲ ਦੇ ਵਿੱਚ ਇੱਕ ਹੋਰ ਇਤਿਹਾਸਕ ਸਾਲ ਦੀ ਉਡੀਕ ਕੀਤੀ ਜਾ ਰਹੀ ਹੈ, ਕਿਉਂਕਿ ਅਸੀਂ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਨਾ ਜਾਰੀ ਰੱਖਦੇ ਹਾਂ। 2022 ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਸ ਤੇ ਟੈਂਪਰੇਰੀ ਰੈਜ਼ੀਡੈਂਸ ਤੇ ਸਿਟੀਜ਼ਨਸ਼ਿਪ ਲਈ ਲਗਭਗ 5.2 ਮਿਲੀਅਨ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ, ਜੋ ਕਿ 2021 ਦੇ ਵਿੱਚ ਪ੍ਰਕਿਰਿਆ ਕੀਤੀਆਂ ਅਰਜ਼ੀਆਂ ਦੀ ਗਿਣਤੀ ਤੋਂ ਦੁੱਗਣੀ ਹੈ। ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ IRCC ਨੇ ਸਰੋਤ ਸ਼ਾਮਿਲ ਕੀਤੇ ਨੇ, ਨਵੀਂ ਟੈਕਨੋਲੋਜੀ ਨੂੰ ਅਪਣਾਇਆ ਹੈ, ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ ਤੇ ਹੋਰ ਪ੍ਰਕਿਰਿਆਵਾਂ ਨੂੰ ਆਨਲਾਈਨ ਵੀ ਲਿਆਂਦਾ ਹੈ। ਇਹ ਤਬਦੀਲੀ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਸਾਰੇ ਮਹੱਤਵਪੂਰਨ ਸੁਧਾਰ ਨੇ ਜੋ ਭਵਿੱਖ ਲਈ ਸਾਨੂੰ ਚੰਗੀ ਸਥਿਤੀ ਪ੍ਰਦਾਨ ਕਰਨਗੀਆਂ, ਜਿਵੇਂ ਕਿ ਕੈਨੇਡਾ ਸਰਕਾਰ ਧਿਆਨ ਕੇਂਦਰਿਤ ਕਰਦੇ ਹੋਏ ਲੇਬਰ ਮਾਰਕੀਟ ਦੀ ਹਾਲਤ ਦਾ ਹਵਾਲਾ ਦਿੰਦੀ ਹੈ, ਜਿਸ ਤੇ ਗੰਭੀਰ ਲੇਬਰ ਮਾਰਕੀਟ ਦੀ ਘਾਟ ਦਾ ਸਾਹਮਣਾ ਅਸੀਂ ਕੀਤਾ ਹੈ ਤੇ ਹੱਲ ਕਰਨ ਤੇ ਭਵਿੱਖ ਵਿੱਚ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਤੇ ਖਾਸ ਧਿਆਨ ਕੇਂਦਰਿਤ ਕਰਾਂਗੇ। ਸਰਕਾਰ ਦੇ ਅਨੁਸਾਰ ਕੈਨੇਡਾ ਦੀ ਲੇਬਰ ਫੋਰਸ ਵਾਧੇ ਦਾ ਲਗਭਗ 100% ਦੀ ਇਮੀਗ੍ਰੇਸ਼ਨ ਹੈ, ਜਿਸ ਦਾ ਆਰਥਿਕ ਸ਼੍ਰੇਣੀ ਵਿੱਚ ਕੈਨੇਡਾ ਦੀ ਆਬਾਦੀ ਦੇ ਵਾਧੇ ਦਾ ਲਗਭਗ 75% ਦੀ ਇਮੀਗ੍ਰੇਸ਼ਨ ਤੋਂ ਆਉਂਦਾ ਹੈ। ਆਟਵਾ ਦਾ ਕਹਿਣਾ ਹੈ ਕਿ 2036 ਤੱਕ 2011 ਦੇ ਵਿੱਚ 20.7% ਦੇ ਮੁਕਾਬਲੇ ਕੈਨੇਡਾ ਦੀ ਆਬਾਦੀ ਦਾ 30% ਤੱਕ ਪ੍ਰਵਾਸੀ ਪ੍ਰਤੀਨਿਧਤਾ ਕਰਨਗੇ। 2025 ਵਿੱਚ ਫੈਡਰਲ ਸਰਕਾਰ ਹਰ ਸਾਲ 5 ਲੱਖ ਲੋਕਾਂ ਨੂੰ ਕੈਨੇਡਾ ਆਉਣਾ ਦੇਖਣਾ ਚਾਹੁੰਦੀ ਹੈ। ਫਰੇਜ਼ਰ ਨੇ ਨਵੰਬਰ
ਨੂੰ ਇਹ ਖੁਲਾਸਾ ਕੀਤਾ ਹੈ। ਫਰੇਜ਼ਰ ਨੇ 1 ਨਵੰਬਰ 2022 ਨੂੰ ਖੁਲਾਸਾ ਕੀਤਾ ਕਿ 2025 ਤੱਕ ਫੈਡਰਲ ਸਰਕਾਰ 5 ਲੱਖ ਲੋਕ ਹੋਰ ਲਿਆਵੇਗੀ। ਔਟਵਾ ਨੇ ਪ੍ਰਵਾਸੀਆਂ ਦੇ ਵਿੱਚ ਵਾਧੇ ਦੀ ਕਲਪਨਾ ਵੀ ਕੀਤੀ ਹੈ, ਜੋ ਕਿ 2023 ਵਿੱਚ 4,65,000 ਲੋਕ ਆਉਣਗੇ ਤੇ 2025 ਦੇ ਵਿੱਚ ਇਹ 5 ਲੱਖ ਹੋ ਜਾਣਗੇ। ਕੰਮ ਦੇ ਹੁਨਰ ਜਾਂ ਤਜਰਬੇ ਦੇ ਆਧਾਰ ਤੇ ਲੋਕਾਂ ਨੂੰ ਦਾਖਲ ਕਰਨ ਤੇ ਜ਼ੋਰ ਦਿੱਤਾ ਜਾਏਗਾ। ਹਾਊਸਿੰਗ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਸਾਰੀ ਖੇਤਰ ਦੇ ਵਿੱਚ ਮਦਦ ਲਈ ਬਹੁਤ ਸਾਰੇ ਹੁਨਰਮੰਦ ਕਾਮਿਆਂ ਦੀ ਲੋੜ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਉਮੀਦ ਕੀਤੀ ਜਾਂਦੀ ਹੈ ਕਿ ਸੰਭਾਵਤ ਰਿਟਾਇਰਮੈਂਟਾਂ ਦੀ ਲਹਿਰ ਦੇ ਕਾਰਨ ਆਉਣ ਵਾਲੇ ਸਾਲਾਂ ਵਿੱਚ ਉਸਾਰੀ ਉਦਯੋਗ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਦਾ ਸੰਕਟ ਪੈਦਾ ਹੋ ਸਕਦਾ ਹੈ। ਉਹਨਾਂ ਕਿਹਾ ਹੈ ਕਿ ਕੈਨੇਡਾ ਦੇ ਵਿੱਚ 1 ਮਿਲੀਅਨ ਤੋਂ ਵੱਧ ਨੌਕਰੀਆਂ ਨੇ ਜੋ ਅਧੂਰੀਆਂ ਪਈਆਂ ਨੇ, ਇਸ ਲਈ ਸਾਨੂੰ ਪ੍ਰਵਾਸੀਆਂ ਹੁਨਰਮੰਦ ਇਮੀਗ੍ਰੈਂਟਾਂ ਦੀ ਲੋੜ ਹੈ। ਉਹ ਆਉਣ ਤੇ ਉਹਨਾਂ ਖਾਲੀ ਨੌਕਰੀਆਂ ਨੂੰ ਭਰਨ ਵਿੱਚ ਸਾਡੀ ਮਦਦ ਕਰਨ ਤੇ ਸਾਡੀ ਆਰਥਿਕਤਾ ਨੂੰ ਵਧਾਉਣ ਦੇ ਵਿੱਚ ਮਦਦ ਕਰਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਵੇਲੇ ਸਾਨੂੰ ਅਸਲ ਵਿੱਚ ਹੁਨਰਮੰਦ ਲੋਕਾਂ ਦੇ ਨਾਲ ਇੱਕ ਚੰਗੇ ਤਜਰਬੇ ਦੀ ਵੀ ਲੋੜ ਹੈ। ਸੋ ਸਾਨੂੰ ਕਾਮਿਆਂ ਦੀ ਲੋੜ ਹੈ ਜੋ ਕੈਨੇਡਾ ਆਉਣ ਤੇ ਕੈਨੇਡਾ ਦੇ ਵਿੱਚ ਲੋੜੀਂਦੇ ਕੰਮਾਂ ਦੇ ਵਿੱਚ ਮਦਦ ਕਰਨ। ਇਸੇ ਲਈ ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਵੱਧ ਤੋਂ ਵੱਧ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਤਰਜੀਹ ਦਿੱਤੀ ਜਾਏਗੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਟਰਾਂਸਪੋਰਟ ਕੈਨੇਡਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੈਲਥ ਅਧਿਕਾਰੀਆਂ ਦੀ ਸਲਾਹ ਦੇ ਨਾਲ ਚੀਨ, ਹਾਂਗਕਾਂਗ ਤੇ ਮਕਾਇਓ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਇਸ ਦੇ ਬਾਅਦ ਕੁਝ ਮਾਹਿਰਾਂ ਦਾ ਤਾਂ ਇਹ ਕਹਿਣਾ ਹੈ ਕਿ ਅਜਿਹਾ ਫੈਸਲਾ ਏਸ਼ੀਆਈ ਲੋਕਾਂ ਦੇ ਵਿਰੁੱਧ ਨਸਲੀ ਭੇਦਭਾਵ ਦੇ ਮਾਮਲਿਆਂ ਦੇ ਵਿੱਚ ਵਾਧਾ ਕਰ ਸਕਦਾ ਹੈ ਅਤੇ ਅਜਿਹੇ ਮਾਮਲਿਆਂ ਨੂੰ ਲੈ ਕੇ ਹੁਣ ਚਿੰਤਾ ਬਰਕਰਾਰ ਹੈ। ਕੈਨੇਡਾ ਬੇਸ਼ੱਕ ਮਲਟੀਕਲਚਰਲ ਦੇਸ਼ ਹੈ, ਪਰ ਕੋਵਿਡ-19 ਮਹਾਮਾਰੀ ਦੌਰਾਨ ਏਸ਼ੀਅਨ ਮੂਲ ਦੇ ਲੋਕਾਂ ਦੇ ਵਿਰੁੱਧ ਨਫ਼ਰਤੀ ਘਟਨਾਵਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਖਾਸ ਕਰਕੇ ਚੀਨੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਵਿਰੁੱਧ ਨਸਲੀ ਟਿੱਪਣੀਆਂ ਤੇ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣ ਇੱਕ ਵਾਰ ਮੁੜ ਤੋਂ ਕੋਵਿਡ-19 ਦੇ ਕੇਸ ਵਧਣ ਤੋਂ ਬਾਅਦ ਫੈਡਰਲ ਸਰਕਾਰ ਨੇ ਫੈਸਲਾ ਲਿਆ ਹੈ ਕਿ ਚੀਨ, ਹਾਂਗਕਾਂਗ ਤੇ ਮਕਾਇਓ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ। ਇਹ ਫੈਸਲਾ ਬੇਸ਼ੱਕ ਕੈਨੇਡੀਅਨਸ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ, ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਏਸ਼ੀਆਈ ਕੈਨੇਡੀਅਨਸ ਵਿਰੁੱਧ ਨਫ਼ਰਤ ਨੂੰ ਵਧਾ ਸਕਦਾ ਹੈ, ਕਿਉਂਕਿ ਇਸ ਦੇ ਨਾਲ ਕੁਝ ਪੈਸੀਫਿਕ ਭਾਈਚਾਰਿਆਂ ਨੂੰ ਕੈਨੇਡੀਅਨਸ ਦੁਬਾਰਾ ਉਸੇ ਨਜ਼ਰ ਨਾਲ ਦੇਖਣਗੇ। ਇਸ ਲਈ ਜ਼ਰੂਰੀ ਹੈ ਕਿ ਸਭ ਲਈ ਕੋਵਿਡ-19 ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਜਾਵੇ ਜਾਂ ਫਿਰ ਕੋਈ ਹੋਰ ਢੰਗ ਤਰੀਕਾ ਸਰਕਾਰ ਅਪਣਾਵੇ, ਕਿਉਂਕਿ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਇਆ ਸੀ ਕਿ 2020 ਦੇ ਵਿੱਚ ਏਸ਼ੀਆਈ ਕੈਨੇਡੀਅਨਸ ਨੂੰ ਨਸਲੀ ਤੇ ਚਮੜੀ ਦੇ ਆਧਾਰ ਤੇ ਰੇਸਿਜ਼ਮ ਦਾ ਜ਼ਿਆਦਾ ਸਾਹਮਣਾ ਕਰਨਾ ਪਿਆ, ਜਿਸ ਦਾ ਕਾਰਨ ਕੋਵਿਡ-19 ਮਹਾਮਾਰੀ ਸੀ ਅਤੇ ਹੁਣ ਦੁਬਾਰਾ ਤੋਂ ਅਜਿਹੇ ਹਾਲਾਤ ਯਾਨੀ ਕਿ ਨਸਲੀ ਘਟਨਾਵਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਬੇਸ਼ੱਕ ਇਸ ਦੇ ਸ਼ੰਕੇ ਪੈਦਾ ਹੋ ਰਹੇ ਨੇ, ਪਰ ਸਰਕਾਰ ਵੱਲੋਂ ਇਹ ਕਦਮ ਅਰਜ਼ੀ ਤੌਰ ਤੇ 30 ਦਿਨਾਂ ਲਈ ਚੁੱਕਣ ਦੀ ਗੱਲਬਾਤ ਆਖੀ ਜਾ ਰਹੀ ਹੈ ਤੇ ਉਸ ਦੇ ਬਾਅਦ ਸਮੀਖਿਆ ਕੀਤੀ ਜਾਵੇਗੀ ਕਿ ਇਹਨਾਂ ਉਪਾਵਾਂ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ। ਪ੍ਰੋਵਿੰਸਾਂ ਦੇ ਹੈਲਥ ਮਿਨਿਸਟਰਸ ਦੇ ਵੱਲੋਂ ਫੈਡਰਲ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਈ ਜਾ ਰਹੀ ਹੈ, ਪਰ ਇਹਨਾਂ ਕਦਮਾਂ ਦਾ ਅਸਰ ਨਸਲੀ ਭੇਦਭਾਵ ਦੇ ਰੂਪ ਦੇ ਵਿੱਚ ਨਜ਼ਰ ਨਾ ਆਵੇ, ਇਸ ਲਈ ਕੋਸ਼ਿਸ਼ਾਂ ਕਰਨੀਆਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੱਸਦੀ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਦੀ ਸਮੱਸਿਆ ਦਾ ਹੱਲ ਕੱਢਣ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਘਰ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਦੇ ਬਾਅਦ ਮਾਹਰਾਂ ਦਾ ਤਾਂ ਇਹ ਕਹਿਣਾ ਹੈ ਕਿ ਇਸ ਦੇ ਨਾਲ ਸਮੱਸਿਆ ਦਾ ਹੱਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਮਸਲਾ ਸਪਲਾਈ ਦਾ ਹੈ। ਇਸ ਦੇ ਲਈ ਸਰਕਾਰ ਅਜਿਹੀਆਂ ਜਿਹੜੀਆਂ ਨੇ ਪਾਬੰਦੀਆਂ ਲਗਾਉਣ ਦੀ ਥਾਂ ਸਪਲਾਈ ਦੇ ਵਿੱਚ ਵਾਧਾ ਕਰੇ। ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਪਹਿਲੀ ਵਾਰ ਘਰ ਖਰੀਦਣ ਵਾਲੇ ਕੈਨੇਡੀਅਨਸ ਨੂੰ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ। ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਘਰ ਖਰੀਦਣ ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਨਵੇਂ ਕਾਨੂੰਨ ਦੇ ਤਹਿਤ ਕੈਨੇਡੀਅਨ ਸਿਟੀਜ਼ਨ ਅਤੇ ਪਰਮਾਨੈਂਟ ਰੈਜ਼ੀਡੈਂਟਸ ਤੋਂ ਇਲਾਵਾ ਕੁਝ ਕੌਮਾਂਤਰੀ ਵਿਦਿਆਰਥੀਆਂ ਅਤੇ ਟੈਂਪਰੇਰੀ ਵਰਕਰਸ ਨੂੰ ਵੀ ਥੋੜੀ ਰਾਹਤ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਘਰ ਖਰੀਦਣ ਦੇ ਯੋਗ ਹੋਣਗੇ। ਪਰ ਦੂਜੇ ਪਾਸੇ ਸਰਕਾਰ ਦੇ ਇਸ ਨਵੇਂ ਹਾਊਸਿੰਗ ਕਾਨੂੰਨ ਤੋਂ ਬਾਅਦ ਮਾਹਰਾਂ ਦੀਆਂ ਟਿੱਪਣੀਆਂ ਵੀ ਸਾਹਮਣੇ ਆਉਣ ਲੱਗੀਆਂ ਨੇ। ਜ਼ਿਆਦਾਤਰ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੀ ਕੁੱਲ ਰਿਹਾਇਸ਼ੀ ਪ੍ਰਾਪਰਟੀ ਦੇ ਵਿੱਚ ਵਿਦੇਸ਼ੀ ਮਾਲਕਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ। ਨਵੇਂ ਕਾਨੂੰਨ ਦੇ ਨਾਲ ਹਾਊਸਿੰਗ ਸੰਕਟ ਹੱਲ ਨਹੀਂ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਰੀਅਲ ਏਸਟੇਟ ਐਸੋਸੀਏਸ਼ਨਸ ਦਾ ਕਹਿਣਾ ਹੈ ਕਿ ਸਰਕਾਰ ਆਰਥਿਕ ਨੀਤੀ ਨਾਲੋਂ ਸਿਆਸੀ ਨੀਤੀ ਸੁਧਾਰੇ ਤਾਂ ਜੋ ਸਪਲਾਈ ਵਧਾ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਜ਼ਿਆਦਾਤਰ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਰਿਟੈਂਸ਼ਨ ਰੇਟ ਦੇ ਆਧਾਰ ਤੇ ਹਾਊਸਿੰਗ ਨੂੰ ਲੈ ਕੇ ਆਪਣੀ ਪਾਲਿਸੀ ਤਿਆਰ ਕਰਨੀ ਚਾਹੀਦੀ ਹੈ, ਜਿਸ ਤੋਂ ਭਾਵ ਹੈ ਕਿ ਕਿਸੇ ਵੀ ਇਲਾਕੇ ਦੇ ਵਿੱਚ ਇਮੀਗ੍ਰੈਂਟਸ 5 ਸਾਲ ਤੋਂ ਬਾਅਦ ਰਹਿਣਾ ਚਾਹੁੰਦੇ ਨੇ। ਇਸ ਦੇ ਵਿੱਚ ontario ਦਾ ਨੰਬਰ 92%, ਬ੍ਰਿਟਿਸ਼ ਕੋਲੰਬੀਆ ਦਾ
86.5%, ਕਿਊਬਿਕ ਦਾ 80% ਤੇ ਐਲਬਰਟਾ ਦਾ 84% ਹੈ। ਬਾਕੀ ਪ੍ਰੋਵਿੰਸਾਂ 'ਚੋਂ ਇਮੀਗ੍ਰੈਂਟਸ ਇਹਨਾਂ ਪ੍ਰੋਵਿੰਸਾਂ ਦੇ ਵਿੱਚ ਮੂਵ ਹੁੰਦੇ ਨੇ। ਇਸ ਤੋਂ ਇਲਾਵਾ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਵੀ ਜ਼ਿਆਦਾ ਹੈ ਅਤੇ ਬਾਕੀ ਪ੍ਰੋਵਿੰਸਾਂ ਵਿੱਚੋਂ ਵੀ ਇਮੀਗ੍ਰੈਂਟਸ ਇਹਨਾਂ ਦੋਵੇਂ ਪ੍ਰੋਵਿੰਸਾਂ ਦੇ ਲੋਅਰ ਮੇਨਲੈਂਡ ਤੇ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਪਹੁੰਚਦੇ ਨੇ, ਜਿਸ ਕਾਰਨ ਇੱਥੇ ਹਾਊਸਿੰਗ ਸੰਕਟ ਗੰਭੀਰ ਹੈ, ਜਿਸ ਦੇ ਹੱਲ ਲਈ ਤਿੰਨੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਬੇਸ਼ੱਕ ਫੈਡਰਲ ਸਰਕਾਰ ਨੇ ਨਵਾਂ ਫੈਸਲਾ ਕੀਤਾ ਹੈ, ਪਰ ਇਸ ਦੇ ਨਾਲ ਹਾਊਸਿੰਗ ਸੰਕਟ ਦਾ ਹੱਲ ਹੋਣ ਦੀ ਸੰਭਾਵਨਾ ਘੱਟ ਹੈ। ਪਰ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਵਧਾਉਣ ਤੋਂ ਬਾਅਦ ਰੀਅਲ ਏਸਟੇਟ ਮਾਰਕੀਟ ਕਾਫੀ ਹੌਲੀ ਜ਼ਰੂਰ ਹੋਈ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਚਾਈਲਡ ਕੇਅਰ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨਵੀਆਂ ਯਾਨੀ ਕਿ 2450 ਤੋਂ ਵੱਧ ਪਲੇਸਿਸ ਥਾਵਾਂ ਨੂੰ ਇਸ ਮਹੀਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਸਰਕਾਰ ਦੇ ਚਾਈਲਡ ਕੇਅਰ ਵਿਭਾਗ ਨੇ ਸਾਫ਼ ਕੀਤਾ ਹੈ ਕਿ 69,000 ਪਰਿਵਾਰਾਂ ਤੋਂ ਬੱਚਿਆਂ ਦੀ ਕੇਅਰ ਦਾ ਬੋਝ ਘਟਾਉਣਾ ਸਰਕਾਰ ਦਾ ਟੀਚਾ ਹੈ, ਜਿਸ ਨੂੰ ਹਾਸਲ ਕਰ ਲਿਆ ਜਾਏਗਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ 2450 ਤੋਂ ਵੱਧ ਚਾਈਲਡ ਕੇਅਰ ਥਾਵਾਂ ਨੂੰ ਇਸ ਮਹੀਨੇ ਪ੍ਰੋਵਿੰਸ਼ੀਅਲ ਚਾਈਲਡ ਕੇਅਰ BC ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜਾਏਗਾ, ਜਿਸ ਤਹਿਤ ਪ੍ਰਤੀ ਬੱਚਾ ਪ੍ਰਤੀ ਦਿਨ $10 ਚਾਈਲਡ ਕੇਅਰ ਲਈ ਖਰਚ ਕੀਤੇ ਜਾਣਗੇ। ਪ੍ਰੋਵਿੰਸ ਦਾ ਕਹਿਣਾ ਹੈ ਕਿ 1375 ਹੋਰ ਥਾਵਾਂ ਆਨਲਾਈਨ ਆਉਣਗੀਆਂ, ਜੋ ਕਿ BC ਵਿੱਚ ਪਰਿਵਾਰਾਂ ਦੇ ਖਰਚਿਆਂ ਨੂੰ ਘਟਾਉਣ ਦੇ ਵਿੱਚ ਮਦਦਗਾਰ ਸਾਬਿਤ ਹੋਣਗੇ। ਸਸਤੀ ਚਾਈਲਡ ਕੇਅਰ ਲਈ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੈਡਰਲ ਸਰਕਾਰ ਦੇ ਨਾਲ ਸਮਝੌਤਾ ਨੇਪਰੇ ਚਾੜਿਆ ਗਿਆ ਸੀ, ਜਿਸ ਤਹਿਤ ਪਰਿਵਾਰਾਂ ਤੋਂ ਇਸ ਸੇਵਾ ਦਾ ਬੋਝ ਘਟਾਉਣ ਦਾ ਦਾਅਵਾ ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੀਤਾ ਗਿਆ ਸੀ। ਸਰਕਾਰ ਦਾ ਮੰਨਣਾ ਹੈ ਕਿ ਇਸ ਸਦਕਾ ਮਾਪਿਆਂ ਦਾ ਖਰਚਾ ਘਟ ਕੇ ਮਹਿਜ਼ $200 ਪ੍ਰਤੀ ਮਹੀਨੇ ਤੇ ਆ ਜਾਵੇਗਾ। ਚਾਈਲਡ ਕੇਅਰ ਵਿਭਾਗ ਅਨੁਸਾਰ 69,000 ਪਰਿਵਾਰਾਂ ਨੂੰ ਪ੍ਰਤੀ ਮਹੀਨਾ $550 ਤੱਕ ਦੀ ਬਚਤ ਹੋਵੇਗੀ। BC ਵਿੱਚ 10,500 ਚਾਈਲਡ ਕੇਅਰ ਥਾਵਾਂ ਹੁਣ $10 ਚਾਈਲਡ ਕੇਅਰ ਪ੍ਰੋਗਰਾਮ ਦੇ ਅਧੀਨ ਆ ਗਈਆਂ ਨੇ। ਸੂਬਾ ਸਰਕਾਰ ਦੇ ਵੱਲੋਂ 2018 ਤੋਂ ਲੈ ਕੇ ਹੁਣ ਤੱਕ $2.7 ਬਿਲੀਅਨ ਨਿਵੇਸ਼ ਹਿੱਸੇ ਵਜੋਂ ਪਾਏ ਗਏ। 2021-22 ਤੋਂ ਲੈ ਕੇ 2025-26 ਤੱਕ $3.2 ਬਿਲੀਅਨ ਦੇ ਕੈਨੇਡਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਾਈਡ ਅਰਲੀ ਲਰਨਿੰਗ ਅਤੇ ਚਾਈਲਡ ਕੇਅਰ ਐਗਰੀਮੈਂਟ ਰਾਹੀਂ ਨਿਵੇਸ਼ ਕੀਤਾ ਜਾਏਗਾ। ਇਸ ਤੋਂ ਇਲਾਵਾ ਅਫੋਰਡੇਬਲ ਚਾਈਲਡ ਕੇਅਰ ਬੈਨੀਫਿਟ ਰਾਹੀਂ $1,11,000 ਤੱਕ ਪ੍ਰਤੀ ਸਾਲ ਤੱਕ ਕਮਾਈ ਕਰਨ ਵਾਲੇ ਪਰਿਵਾਰ ਇਸ ਪ੍ਰੋਗਰਾਮ ਰਾਹੀਂ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਦੱਸ ਦਈਏ ਕਿ BC ਸਰਕਾਰ ਅਤੇ ਫੈਡਰਲ ਸਰਕਾਰ ਦੇ ਵੱਲੋਂ 30,500 ਲਾਇਸੈਂਸ ਸ਼ੁਦਾ ਚਾਈਲਡ ਕੇਅਰ ਸਪੇਸਿਸ ਬਣਾਉਣ ਦੇ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ, ਜਿਸ ਦੇ ਵਿੱਚੋਂ 10,500 ਖੁੱਲ੍ਹ ਗਈਆਂ ਨੇ ਅਤੇ 20,000 ਹੋਰ ਥਾਵਾਂ ਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਦੇ ਜਲਦੀ ਮੁਕੰਮਲ ਹੋਣ ਦੀ ਉਮੀਦ ਹੈ। ਦੱਸਦੇ ਕਿ ਚਾਈਲਡ ਕੇਅਰ ਅਫੋਰਡੇਬਲ ਬਣਾਉਣ ਦੇ ਲਈ ਫੈਡਰਲ ਸਰਕਾਰ ਨੇ ਪ੍ਰਤੀ ਦਿਨ $10 ਚਾਈਲਡ ਕੇਅਰ ਕਾਨੂੰਨ ਪਾਸ ਕੀਤਾ ਸੀ, ਜਿਸ ਦੇ ਬਾਅਦ ਪ੍ਰੋਵਿੰਸਾਂ ਦੇ ਨਾਲ ਸਮਝੌਤੇ ਸਿਰੇ ਚੜ੍ਹਾ ਕੇ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਹਿਮ ਖਬਰ, ਆਟਵਾ ਪੁਲਿਸ ਦੇ ਵੱਲੋਂ ਪਾਰਲੀਮੈਂਟ ਅਤੇ ਬਾਕੀ ਸਰਕਾਰੀ ਦਫ਼ਤਰਾਂ ਦੇ ਉੱਤੇ ਧਮਕੀ ਦੇਣ ਦੇ ਮਾਮਲੇ ਜਿਹੜੇ ਨੇ ਉਸ ਦੇ ਵਿੱਚ ਇੱਕ ਵਿਅਕਤੀ ਦੇ ਵਿਰੁੱਧ ਦੋਸ਼ ਆਇਦ ਕੀਤੇ ਗਏ ਨੇ। ਅਧਿਕਾਰੀਆਂ ਨੇ ਇਸ ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਦੱਸ ਦਈਏ ਕਿ ਨਵੰਬਰ 2022 ਦੇ ਵਿੱਚ ਧਮਕੀ ਦੇਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ। ਆਟਵਾ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਦੇ ਵੱਲੋਂ ਪਾਰਲੀਮੈਂਟ ਹਿੱਲ ਅਤੇ ਹੋਰ ਗਵਰਨਮੈਂਟ ਏਜੰਸੀਆਂ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ 3 ਵਿਅਕਤੀਆਂ ਦੇ ਉੱਤੇ ਚਾਰਜਸ ਲਗਾਏ ਗਏ ਸਨ। ਇਸ ਦੇ ਬਾਅਦ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਦੇ ਵੱਲੋਂ ਆਟਵਾ ਦੇ ਨਾਲ ਸੰਬੰਧਿਤ ਇੱਕ 19 ਸਾਲ ਦੇ ਨੌਜਵਾਨ ਤੇ ਧਮਕੀ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਪੁਲਿਸ ਦੀ ਇੱਕ ਵਿਸ਼ੇਸ਼ ਸੁਰੱਖਿਆ ਟੀਮ ਦੇ ਵੱਲੋਂ 8 ਨਵੰਬਰ ਨੂੰ ਟਵਿੱਟਰ ਤੇ ਪਾਰਲੀਮੈਂਟ ਅਤੇ ਡਿਫੈਂਸ ਡਿਪਾਰਟਮੈਂਟ ਅਤੇ ਅਮਰੀਕੀ ਚੀਨੀ ਕੌਂਸਲੇਟ ਦਫ਼ਤਰਾਂ ਦੇ ਖਿਲਾਫ ਧਮਕੀਆਂ ਬਾਰੇ ਪਤਾ ਲੱਗਾ ਸੀ, ਜਿਸ ਦੀ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਦੇ ਵੱਲੋਂ 19 ਸਾਲ ਦੇ ਡੈਨੀਅਲ ਹਾਊਡੀ ਤੇ ਅੱਤਵਾਦ ਨਾਲ ਸੰਬੰਧਿਤ ਝੂਠੀ ਖਬਰ ਫੈਲਾਉਣ, ਸਰੀਰਕ ਨੁਕਸਾਨ ਸੰਬੰਧੀ ਧਮਕੀ ਦੇਣ ਬਾਰੇ ਦੋਸ਼ ਆਇਦ ਕੀਤੇ ਗਏ ਨੇ। ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਕੁਝ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ, ਪਰ ਇਹਨਾਂ ਸ਼ਰਤਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ, ਜਿਸ ਸਮੇਂ ਮੁਲਜ਼ਮ ਨੂੰ ਵੀ ਅਦਾਲਤ ਵਿੱਚ ਹਾਜ਼ਰ ਰਹਿਣਾ ਪਵੇਗਾ। ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਦੇ ਵਿੱਚ RCMP, ਲੋਕਲ ਪੁਲਿਸ ਤੇ ਫੈਡਰਲ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਨੇ, ਜਿਸ ਦਾ ਕੰਮ ਦੇਸ਼ ਨੂੰ ਦਰਪੇਸ਼ ਰਾਸ਼ਟਰੀ ਸੁਰੱਖਿਆ ਸੰਬੰਧੀ ਖਤਰਿਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਹੈ ਅਤੇ ਅਜਿਹੇ ਗਲਤ ਅਨਸਰਾਂ ਵਿਰੁੱਧ ਕਾਰਵਾਈ ਕਰਨਾ ਹੈ। ਦੱਸ ਦਈਏ ਕਿ ਅਜਿਹੀ ਧਮਕੀ ਤੋਂ ਪਾਰਲੀਮੈਂਟ ਤੇ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਕੁਝ ਦਿਨ ਚੈਕਿੰਗ ਵੀ ਕੀਤੀ ਗਈ ਹੈ, ਪਰ ਬਾਅਦ ਦੇ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਮਹਿਜ਼ ਗੁੰਮਰਾਹਕੁਨ ਧਮਕੀ ਸੀ, ਜਿਸ ਦੇ ਬਾਅਦ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਹੁਣ ਪੜਤਾਲ ਤੋਂ ਸੱਚ ਸਾਹਮਣੇ ਲਿਆਂਦਾ ਗਿਆ ਹੈ। ਪਿਛਲੇ ਸਮੇਂ
ਦੌਰਾਨ ਫੈਡਰਲ ਮਿਨਿਸਟਰਸ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ ਸੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਿੰਗਲ ਯੂਜ਼ ਪਲਾਸਟਿਕ ਪਾਬੰਦੀ ਦੇ ਉੱਤੇ ਹੁਣ ਖਾਸ ਧਿਆਨ ਕੇਂਦਰਿਤ ਕੀਤਾ ਜਾਏਗਾ। ਸਮੇਂ-ਸਮੇਂ ਦੇ ਉੱਤੇ ਵਾਤਾਵਰਣ ਬਚਾਉਣ ਦੇ ਲਈ ਇਸ ਫੈਸਲੇ ਦੇ ਉੱਤੇ ਚਰਚਾ ਹੁੰਦੀ ਰਹੀ ਹੈ ਅਤੇ ਹੁਣ ਇਸ ਫੈਸਲੇ ਦੇ ਉੱਤੇ ਚਰਚਾ ਦੇ ਨਾਲ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਕੋਸ਼ਿਸ਼ਾਂ तेज़ हो रही ने। जानकारी मुताबक सिंगल यूज़ प्लास्टिक के निर्माण ते आयात के उत्ते जिहड़ा पाबंदी मंगलवार तो लागू होगी। इन्हां चीज़ों की विक्री ते दसंबर 2023 तक पाबंदी होगी ताकि कैनेडा दे विच कारोबारां नूं तब्दीली करन ते उन्हां दे मौजूदा स्टॉक नूं खत्म करन दे लई काफ़ी समा मिल सके। सिंगल यूज़ प्लास्टिक पाबंदी के पड़ाव विचकार रेस्टोरेंटां ने नवे टेक आउट वेयर की शुरुआत की है। नवे साल दे विच कैनेडा की फूड इंडस्ट्री एक फैडरल कानून के तहत इस पड़ाव दे विच है, जिसका मकसद है बहुत सारे सिंगल वरतों वाले प्लास्टिक नूं मार्केट दे विचों पूरी तरह हटाउणा। सो नवे साल दे विच ग्राहक टेक आउट कंटेनरां, स्ट्रॉ ते कुछ होर चीज़ां दे लई गाहकां नूं नोटिस मिल सकदा है। कुछ रेस्टोरेंट पहलां ही एक वार वरतों विच आउण वालीआं प्लास्टिक दीआं चीज़ां दे सब तो वधिया विकल्प लभण दी कोशिशां विच कई महीनों की अजमाइश ते गलती दे विचों लंघ चुके हैं। हालांकि सिंगल यूज़ प्लास्टिक ते अजे पूरी तरह पाबंदी नहीं लगाई गई है। उन्होंने कहा कि कंपनी के रेस्टोरेंट महीनों के टेस्टां तो बाद नवे साल के शुरू में प्लास्टिक तो दूर होने लई तैयार ने। प्लास्टिक रिंग कैरीयरां ते जून 2023 दे विच उत्पादन ते आयात विक्री लई पाबंदी लगाई जाएगी। रिंग कैरीयर जिहड़े हुंदे ने उन्हां दे विच कई किस्मां हुंदियां ने, जिवें कि बोतलों के उपर कवर रिंग कैरीयर, कोल्ड ड्रिंक्स के उपर साडे इस्तेमाल दीआं तकरीबन कई चीज़ां रिंग कैरीयर हुंदियां ने। 1 साल की देरी तो बाद संघी कानून का पहला पड़ाव 20 दसंबर नूं शुरू होया। शुरुआती पड़ाव सिंगल वरतों वाले प्लास्टिक की एक रेंज के निर्माण ते आयात विक्री ते पाबंदी लगाउंदा है, जिस विच शामिल है करियाने दीआं दुकानां विच वरते जाण वाले प्लास्टिक बैग्स, खाने दे नाल मिलण वाले डब्बे, चाकू छुरी कांटे, चॉपस्टिक्स, स्टायराफॉर्म, ड्रिंक स्ट्रॉ भी बंद होणगे। सिर्फ उन्होंने ही ये मिल सकते हैं जिन्होंने इसकी खास लोड़ है। दसंबर 2023 के विच रिंग कैरीयरां नूं छड्ड के कई उत्पादों ते विक्री पाबंदी लगेगी, जो कि जून 2024 के विच भी विक्री लई बंद होगी ते दिसंबर 2025 विच मैन्युफैक्चरिंग, इंपोर्ट ते एक्सपोर्ट इन्हां सारे उत्पादों ते बंद होगा। इसका मतलब है कि सिंगल यूज़ प्लास्टिक अजे भी रेस्टोरेंटां, कैफे ते बारां तो पूरी तरह खत्म नहीं होणगे, क्योंकि बहुत सारे लोग अजे भी अपने स्टॉक की वरतों कर रहे हैं। पर बहुत सारिया कंपनियां पहलां ही बदलाव लई तैयार ने, पर नवे सिरों उन्होंने नवे प्रोडक्ट खरीदने पैणगे। उदाहरण लई टिम हॉर्टन्स दे नाल ये ऐलान किया गया है कि वो 2023 दे विच नवे रिसाइकलेबल फाइबर हॉट ड्रिंक्स लिड्स, कंपोस्टेबल कटलरी जिवें कि छुरी, कांटे, चमचे, नाश्ते ते लंच के रैपरां नूं बदल रहे हैं। मैकडॉनल्ड ने 2021 के अखीर विच अपने रेस्टोरेंटां तो कुछ सिंगल वरतों वाले प्लास्टिक नूं हटाउणा शुरू कर दिता है, जिस विच स्ट्रॉ, कटलरी ते स्टिक्स शामिल ने। हुण कई रेस्टोरेंटां ने लोकां नूं खुद ही पुछना शुरू कर दिता है कि कटलरी उन्हां नूं चाहीदी है या नहीं। पर सब तो वड्डी चुनौतियां विचों एक नवे टेकआउट कंटेनरां नूं लभना है। कई रिसाइकल करन योग प्लास्टिक की वरतों कर रहे सन, पर कईयां नूं सारे अधिकार खेतर दे विच रिसाइकल नहीं किया जा सकता। इस कंपनी ने होर विकल्पों की कोशिश की। आखिरकार एक मोम वाले गत्ते के टेकआउट बॉक्स से सैटल हो गए, जो रिसाइकल ते बायोडिग्रेडेबल दोवें ने। उस कोल कर्मचारी सन, उन्होंने गाहकों को वक्-वक् कंटेनरां की जांच करने लई दित्ती। फीडबैक के बदले डिलीवरी चार्ज नूं कवर भी किया, पर सारे रेस्टोरेंट शेड्यूल तो पहलां तब्दीली करने के लिए तैयार नहीं है। पर सब तो वड्डी चुनौतियां हुण बणियां होईयां ने कि नवे टेकआउट कंटेनर लभणे कित्थों ने। न्यूज़ डेस्क तो चैनल पंजाबी की रिपोर्ट। आगे चलते हैं एडमिंटन ते देखते हैं साडे सीनियर पत्रकार कुलमीत सिंह संघा की एक खास रिपोर्ट। चैनल पंजाबी वेख रहे समूह दर्शकों को कुलमीत सिंह वालों निੱਘੀ जी आया। वाहिगुरू जी का खालसा, वाहिगुरू जी की फतेह। दोस्तों, एडमिंटन शहर तो एक खबर लैके तुहाडे लई हाज़र हो रहा। पहलां तां नवें साल दीआं सारिਆਂ ਨੂੰ बहुत बहुत मुबारकां जी। और गल है भी एडमिंटन शहर की जिहड़ी पुलिस है उन्हां लई नवें साल का काम जिहड़ा जी वो कोई बाहला वधिया नहीं शुरू होया। वो इस वेले 3 मर्डर होए ने जिन्हां दी इन्वेस्टिगेशन पुलिस कर रही है। जी हाँ, तिन्ने ही जिहड़े सस्पीशियस डेथ होईयां ने जिन्हां दी छाणबीन की जा रही है। एक ते जिहड़ी लेटेस्ट आई है जी वो एक 32 सालां दा व्यक्ति आ जिन्हों मैडिकल डिस्ट्रैस दे विच पाया गया। डाउनटाउन दे करीब 105 स्ट्रीट 105 एवन्यू ते 100 स्ट्रीट ते एक शैल्टर आ, जिस शैल्टर के बाहर उहदी बॉडी मतलब उहनूं पाया गया।
ਹਸਪੀਟਲ ਲੈ ਕੇ ਗਏ ਨੇ, ਜਿੱਥੇ ਉਹਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਔਰ ਹਸਪੀਟਲ ਵਾਲਿਆਂ ਦਾ ਕਹਿਣਾ ਕਿ ਉਹਦੇ ਗੋਲੀ ਦੇ ਨਿਸ਼ਾਨ ਜਿਹੜੇ ਸੀਗੇ ਜੀ ਲੱਗੇ ਹੋਏ ਸੀ, ਅਤੇ ਪੁਲਿਸ ਵਾਲੇ ਹੁਣ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਅਤੇ ਉਹਦੀ ਆਟੋਪਸੀ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਏਗੀ। ਇਸੇ ਤਰ੍ਹਾਂ ਹੀ ਇੱਕ ਉਸ ਤੋਂ ਪਹਿਲਾਂ ਇੱਕ ਘਰ ਦੇ ਵਿੱਚ, ਇਹ ਸਾਊਥ ਈਸਟ ਦਾ ਇਲਾਕਾ ਆ ਮਿਲਵੁੱਡਸ ਦਾ, ਜਿੱਥੇ ਇਹ ਘਟਨਾ ਵਾਪਰੀ ਹੈ ਜੀ, ਡੇਲੀ ਗਰੋਵ ਦਾ ਏਰੀਆ। ਉੱਥੇ ਇੱਕ ਘਰ ਦੇ ਵਿੱਚ ਜਾ ਕੇ ਵਿਅਕਤੀ ਜਿਹੜਾ ਜੀ ਉਹਨੂੰ ਮਤਲਬ ਮਾਰਿਆ ਗਿਆ, ਔਰ ਨਾਲ ਹੀ ਨਾਲ ਉਹਦੀ ਬੇਟੀ ਸੀ ਜਿਹੜੀ ਜ਼ਖਮੀ ਹੋਈ ਆ। ਉਹ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਗਏ ਜੀ, ਉਹ ਜਿਹੜਾ 51 ਸਾਲਾਂ ਦਾ ਵਿਅਕਤੀ ਸੀ ਉਹਦੀ ਤਾਂ ਮੌਤ ਹੋ ਜਾਂਦੀ ਆ, ਪਰ ਉਹਦੀ ਜਿਹੜੀ ਬੇਟੀ ਆ ਉਹ 21 ਸਾਲਾਂ ਦੀ, ਉਹ ਹਸਪੀਟਲ ਦੇ ਵਿੱਚ ਆ ਔਰ ਜੇਰੇ ਇਲਾਜ ਆ, ਔਰ ਕੋਈ ਐਡਾ ਮਤਲਬ ਉਹਦੇ ਗਹਿਰਾ ਜ਼ਖਮ ਨਹੀਂ ਹੈ ਵੀ ਖਤਰੇ ਤੋਂ, ਜਾਣੀ ਕਿ ਉਹ ਬਾਹਰ ਆ। ਔਰ ਤੀਸਰਾ ਇੱਕ ਵਿਅਕਤੀ, ਉਹ ਵੀ ਡਾਊਨਟਾਊਨ ਦੇ ਵਿੱਚ ਵਿਅਕਤੀ ਦੀ ਮੌਤ ਹੋਈ ਆ, ਔਰ ਪੁਲਿਸ ਉਹਨੂੰ ਹਜੇ ਤੱਕ ਪਛਾਣ ਨਹੀਂ ਸਕੀ, ਔਰ ਉਹਦਾ ਵੀ ਜਿਹੜੀ ਆ ਆਟੋਪਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ, ਅਤੇ ਫਿਰ ਪੁਲਿਸ ਜਿਹੜੀ ਦੱਸੇਗੀ। ਇਹ ਜਿਹੜਾ 32 ਸਾਲਾਂ ਦਾ ਵਿਅਕਤੀ ਸੀਗਾ ਜੀ, ਇਹ ਵੀ ਦੱਸਿਆ ਜਾ ਰਿਹਾ ਆ, ਜਿਹੜਾ ਸੋਸ਼ਲ ਮੀਡੀਆ ਤੋਂ ਗੱਲਬਾਤ ਬਾਹਰ ਆ ਰਹੀ ਹੈ ਕਿ ਉਹ ਵੀ ਇੱਕ ਪੰਜਾਬੀ ਸੀਗਾ, ਔਰ ਜਿਹੜਾ 51 ਸਾਲਾਂ ਦਾ ਵਿਅਕਤੀ ਮਾਰਿਆ ਗਿਆ ਉਹ ਵੀ ਪੰਜਾਬੀ ਆ, ਜਿਹਦੇ ਘਰ ਵਿੱਚ ਜਾ ਕੇ ਉਹਨੂੰ ਮਾਰਿਆ ਗਿਆ। ਔਰ ਪੁਲਿਸ ਜਿਹੜੀ ਆ ਮਦਦ ਮੰਗ ਰਹੀ ਹੈ ਲੋਕਾਂ ਤੋਂ ਵੀ ਅਗਰ ਕਿਸੇ ਨੇ ਕਿਸੇ ਦੇ ਘਰ ਜੇ ਕੋਈ ਕੈਮਰੇ ਲੱਗੇ ਹੋਏ ਨੇ ਅਤੇ ਉਸ ਆਲੇ ਦੁਆਲੇ ਕਿਸੇ ਨੇ ਫੁਟੇਜ ਜੇ ਦੇਖੀ ਹੋਵੇ ਜਿਹਦੇ ਵਿੱਚ ਇੱਕ ਵਹੀਕਲ ਸੀ, ਚਿੱਟਾ ਰੈਮ ਟਰੱਕ, ਉਹ ਕਿਸੇ ਨੇ ਦੇਖਿਆ ਹੋਵੇ ਤਾਂ ਉਹ ਕਹਿੰਦੇ ਵੀ ਪੁਲਿਸ ਨਾਲ ਜ਼ਰੂਰ ਕੰਟੈਕਟ ਕਰਨ, ਕਿਉਂਕਿ ਉਹ ਥੋੜ੍ਹੇ ਬਲਾਕਸ 'ਤੇ ਜਾ ਕੇ ਉਹ ਟਰੱਕ ਨੂੰ ਅੱਗ ਲਾ ਦਿੱਤੀ ਗਈ ਸੀ ਜੀ। ਇਹ ਲੋਰਲ ਦਾ ਏਰੀਆ ਹੈ ਜਿੱਥੇ ਉਹ ਟਰੱਕ ਨੂੰ ਅੱਗ ਲਾ ਕੇ ਛੱਡ ਦਿੱਤਾ ਗਿਆ ਸੀਗਾ, ਅਤੇ ਪੁਲਿਸ ਕਹਿ ਰਹੀ ਹੈ ਵੀ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਕੈਮਰਾ, ਸਿਕਿਉਰਿਟੀ ਕੈਮਰਾ ਲੱਗਾ, ਉਹਦੇ ਤੋਂ ਫੁਟੇਜ ਹੈਗੀ ਆ ਉਹਨਾਂ ਕੋਲ, ਤਾਂ ਉਹ ਅਗਰ ਟਰੱਕ ਕਿਸੇ ਨੇ ਦੇਖਿਆ ਤਾਂ ਉਹ ਜ਼ਰੂਰ ਪੁਲਿਸ ਦੀ ਇਮਦਾਦ ਕਰਨ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਹੋਵਾਂਗੇ। 2023 ਤੁਹਾਡੇ ਸਾਰਿਆਂ ਲਈ ਚੰਗਾ ਸਮਾਂ ਲੈ ਕੇ ਆਏ, ਇਹੀ ਉਮੀਦ ਜਤਾਉਂਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।